ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸੀਂ ਸ਼ੁਕਰਗੁਜ਼ਾਰ ਹਾਂ ਸੀਨੀਅਰ ਤਜ਼ੀਆ ਨਿਗਾਰ ਸਮੀਨ ਜਾਦੂਗਰ ਦੇ, ਉਹ ਸਾਡੇ ਕੋਲ ਤਸ਼ਰੀਫ ਲਿਆਏ ਤੇ ਅੱਜ ਅਸੀਂ ਉਹਨਾਂ ਨੂੰ ਪੁੱਛਨੇ ਆ ਕਿ ਇਲਾਕਾਈ ਮਸਾਇਲ ਦੇ ਉੱਤੇ ਉਹਨਾਂ ਦਾ ਕੀ ਪੁਆਇੰਟ ਆਫ ਵਿਊ ਹੈ ਔਰ ਇਹਦੇ ਨਾਲ ਬਤੌਰ ਸਿਆਸਤਦਾਨ ਉਹ ਅਗਰ ਕਿਸੇ ਸੀਟ ਨੂੰ ਹਾਸਲ ਕਰ ਲੈਂਦੇ ਨੇ ਕਾਉਂਸਲਰ ਜਾਂ ਚੇਅਰਮੈਨ ਤੇ ਇਲਾਕਿਆਂ ਵਾਸਤੇ ਕੀ ਉਹ ਕਰਨਾ ਚਾਹੁੰਦੇ ਨੇ। ਜੀ ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ ਜੀ ਸਮੀਨ ਸਾਹਿਬ, ਅਸੀਂ ਸੁਣਿਆ ਕਿ ਤੁਸੀਂ ਬਤੌਰ ਜਨਰਲ ਕਾਉਂਸਲਰ ਇਲੈਕਸ਼ਨ ਵਿੱਚ ਹਿੱਸਾ ਲੈਣ ਦੇ ਖਵਾਹਿਸ਼ਮੰਦ ਹੋ। नहमदुहु व नसल्ली अला रसूलिही करीम अम्मा बाद फाऊज़ु बिल्लाहि मिनश शैतानिर रजीम बिस्मिल्लाहिर रहमानिर रहीम। जी मुनीर भाई बिल्कुल सही सुना है। इंशाअल्लाह ताला मैं जनरल कौंसल की सीट लड़ना चाह रहा हूँ। अगर मेरे मालिक ने चाहा तो मेरे घर वाले ने चाहा तो मेरे मोहल्लेदार वाले ने चाहा, अगर उन्होंने ना चाहा तो इंशाअल्लाह मैं जनरल कौंसल नहीं होवांगा। अगर होगा तो इंशाअल्लाह मैं इलाके के मसले मसाइल जरूर इंशाअल्लाह ताला हल जरूर करूँ। ठीक हो गया ਤੇ ਜਿੱਤ ਕੇ ਤੇ ਤੁਸੀਂ ਕੀ ਮਸਲੇ ਆਪਣੀ ਵਾਰਡ ਦੇ ਹੱਲ ਕਰੋਗੇ? जो वार्ड ਤੁਹਾਨੂੰ पता है मसले मसाइल होंगे ने, किसी की ਇੱਟ टुटी है, किसी की कोई नाली, कोई गटर, कोई छोटे मोटे महल्लों के काम होंगे ने, वो बनवा देवांगे। होर की है यही कुछ होंदा है। जी जी। अच्छा, ਇੱਥੇ ਇੱਕ ਬੜੀ ਜ਼ਰੂਰੀ ਗੱਲ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ। ਤੁਹਾਡੇ ਬਾਰੇ ਮਸ਼ਹੂਰ ਹੈ ਕਿ ਅਗਰ ਮਹੱਲੇ ਦਾ ਗਟਰ ਬੰਦ ਹੋਵੇ ਤੇ ਤੁਸੀਂ ਆਪ ਹੀ ਖੋਲ ਲੈਂਦੇ ਹੋ। ਇਹ ਕੀ ਕਹਾਣੀ ਹੈ? ਤੁਸੀਂ ਜਨਰਲ ਕਾਉਂਸਲਰ ਬਣ ਕੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਮਹੱਲੇ ਦੇ ਗਟਰ ਖੋਲੋ ਕਰੋਗੇ ਆਪ ਹੀ? ਨਹੀਂ, ਉਹ ਤੁਸੀਂ ਬਿਲਕੁਲ ਰੋਂਗ ਸੁਣਿਆ। ਇਸ ਤਰ੍ਹਾਂ ਦਾ ਵਾਕਿਆ ਕੁਝ ਨਹੀਂ ਹੋਇਆ। ਹਾਂ, ਮੈਂ TMO ਨੂੰ ਜਾ ਕੇ ਇੱਕ ਦੋ ਦਫਾ ਦਰਖਾਸਤਾਂ ਜ਼ਰੂਰ ਦਿੱਤੀਆਂ ਨੇ, ਲੇਕਿਨ ਬਹਰਹਾਲ ਮੇਰੀ ਦਰਖਾਸਤ 'ਤੇ ਸੁਣਵਾਈ ਕੋਈ ਨਹੀਂ ਹੁੰਦੀ ਹੈਗੀ। ਕੀ ਵਜ੍ਹਾ ਕੀ ਹੈ? ਵਜ੍ਹਾ ਇਹੀ ਹੈ ਜੀ ਕਿ ਭਾਈ ਕਹਿੰਦੇ ਨੇ ਅੱਛਾ ਠੀਕ ਹੈ ਤੁਸੀਂ ਪਹੁੰਚੋ, ਤੁਹਾਡੇ ਪਿੱਛੇ ਆ ਰਹੇ ਹਾਂ, ਲੇਕਿਨ ਉਹ ਸਾਨੂੰ ਗੋਲੀ ਕਰਾ ਦਿੰਦੇ ਨੇ ਬਾਅਦ ਦੇ ਪਿੱਛੇ ਨਾ ਬੰਦੇ ਦੀ ਜ਼ਾਤ। ਗੋਲੀ ਕਿਉਂ ਕਰਵਾਉਂਦੇ ਨੇ? ਗੋਲੀ ਬਸ ਐਵੇਂ ਹੀ ਕਰਾਉਂਦੇ ਨੇ, ਜਰਾ ਆਪਣਾ ਵਕਤ ਨੂੰ ਜਰਾ ਧੱਕਾ ਧੁੱਕਾ ਲਾਉਣਾ ਹੁੰਦਾ ਹੈ। ਠੀਕ ਹੈ, ਅੱਲਾ ਖੈਰ ਚਲੋ ਕੋਈ ਆ ਗਿਆ ਤਾਂ ਠੀਕ ਹੈ, ਨਾ ਆਇਆ ਤਾਂ ਨਾ ਸੀ। ਤੇ ਆਪਣਾ ਤੁਸੀਂ ਕਿਸ ਪਾਰਟੀ ਦੀ ਤਰਫੋਂ ਉਮੀਦਵਾਰ ਹੋ? ਮੈਂ ਇੰਸ਼ਾਅੱਲਾਹ ਤਾਲਾ ਆਜ਼ਾਦ ਉਮੀਦਵਾਰ ਹੋਵਾਂਗਾ। ਨਾ ਮੈਂ ਨੂਨ ਲੀਗ को टिकट लवांगा, ना मैं PTI को, ना मैं किसी होर, यानी कि मैं इस साल मुक्तसर में किसी को कोई टिकट नहीं लवांगा जी। मैं अपने बलबूते से जीतांगा आज़ाद उम्मीदवार से। अगर मेरे रिश्तेदार, मेरे महल्लेदार, मेरे हमसाया ने, मेरे शहर शरपुर वाले ने चाहा जी, अगर उन्होंने ना चाहा तो मेरा हार साढ़े मुकदमे च पक्की ਜਿੱਤ ਕੇ ਕਿਹੜੀ ਪਾਰਟੀ ਜਾਣ ਦਾ ਤੁਹਾਡਾ ਇਰਾਦਾ? जित की ਉਹੀ ਜਿੱਧਰੋਂ ਭਾਈ ਸਾਨੂੰ ਦੋਵਾਂ ਨੇ ਲੱਭ ਗਏ ਸੀ ਉਹਲੀ ਸਾਡੇ ਚਲੇ ਜਾਵਾਂਗੇ। ਨਹੀਂ, ਤੇ ਤੁਸੀਂ ਕਦੀ ਮਹੱਲੇ ਵਾਲਿਆਂ ਨੂੰ ਪੁੱਛਿਆ ਨਹੀਂ? ਉਹ ਚਾਹੁੰਦੇ ਵੀ ਨਹੀਂ ਆਣੀ ਜਾਂ ਨਹੀਂ ਚਾਹੁੰਦੇ ਹੈਗੇ? ਜੋ ਨਹੀਂ ਚਾਹੁੰਦੇ ਤੇ ਤੁਸੀਂ ਖਲੋਵੋ ਹੀ ਨਾ। ਮਹੱਲਿਆਂ ਕੋਲ ਇੱਕ ਦੋ ਬੀਬੀਆਂ ਕੋਲ ਮੈਂ ਕਮੈਂਟ ਲਏ ਸੀ ਤੇ ਉਹਨਾਂ ਨੇ ਅੱਗੋਂ ਆਇਆ ਕਿ ਪੁੱਤਰ ਤੂੰ ਨਾ ਹੀ ਲਾ। ਸੁਣਿਆ ਉਹਨਾਂ ਅੱਗੋਂ ਤੁਹਾਨੂੰ ਬੜਾ ਮਾਰਿਆ ਵੀ ਸੀ? ਨਹੀਂ, ਉਹ ਭਾਈ ਤੁਸੀਂ ਬਿਲਕੁਲ ਗਲਤ ਗੱਲ ਕਰ ਰਹੇ ਹੋ, ਮਾਰਨ ਬਣਾਉਣ ਦੀ ਗੱਲ। ਜੀ ਜੀ, ਠੀਕ ਹੋ ਗਿਆ। ਤੇ ਤੁਹਾਨੂੰ ਕਿੰਨੀ ਕੁ ਉਮੀਦ ਹੈ, ਕਿੰਨੇ ਕੁ ਵੋਟ ਤੁਹਾਨੂੰ ਤੁਹਾਡੀ ਵਾਰਡ 'ਚ ਮਿਲ ਜਾਣਗੇ? ਕਿਸੇ ਟਾਈਮ ਇਹੀ ਲੱਗਦਾ ਟੋਟਲ ਮੈਨੂੰ 8 ਵੋਟ ਪੈਣਗੇ ਤੇ ਕਿਸ ਟਾਈਮ ਇਹੀ ਲੱਗਦਾ ਪਤਾ ਨਹੀਂ ਮੈਂ ਪੂਰੇ ਸ਼ਰਕਪੁਰ ਵਿੱਚ ਮੈਂ 25,000 30,000 ਵੋਟ ਲੈ ਜਾਵਾਂਗਾ। ਬਿਲਕੁਲ ਠੀਕ ਹੈ। ਤੇ ਸ਼ਰਕਪੁਰ ਦੀ ਜਿਹੜੀ ਨੌਜਵਾਨ ਨਸਲ ਹੈ ਉਹਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਉਹਨੂੰ ਸਿਰਫ ਇੱਕ ਹੀ ਪੈਗਾਮ ਹੈ, ਅਗਰ ਉਹ ਪੜ੍ਹਨਾ ਚਾਹੁੰਦੇ ਨੇ ਪੜ੍ਹਨ, ਅਗਰ ਨਹੀਂ ਪੜ੍ਹਨਾ ਚਾਹੁੰਦੇ ਤਾਂ ਕਿਤੇ ਕੰਮ ਚਮ ਜਾ ਕੇ ਸਿੱਖ ਲੈਣ, ਬਹਰਹਾਲ ਬੁਰੇ ਕੰਮਾਂ 'ਚ ਨਾ ਪੈਣ ਜਾਣਗੇ। ਬਿਲਕੁਲ ਬਿਹਤਰੀ ਨਾਲ ਹੈ। ਤੇ ਹੋਰ ਤੁਹਾਡੀ ਨਜ਼ਰ ਵਿੱਚ ਸ਼ਹਿਰ ਦੇ ਕਿਹੜੇ ਮਸਾਇਲ ਨੇ ਜਿਹੜੇ ਹੱਲ ਹੋਣੇ ਚਾਹੀਦੇ ਨੇ? ਜਿਹੜਾ ਮੇਨ ਮਸਲਾ ਜਿਹੜਾ ਚੱਲਦਾ ਪਿਆ ਇਸ ਟਾਈਮ ਉਹ ਫਿਲਟਰ ਪਲਾਂਟ ਹੈ, ਜਿਹੜਾ ਮਿਡਲ ਸਕੂਲ ਵਾਲੀ ਗਰਾਊਂਡ ਦਾ ਫਿਲਟਰ ਪਲਾਂਟ ਹੈ। ਉੱਥੇ ਜਦੋਂ ਵੀ ਜਾਓ ਉੱਥੇ ਪਾਣੀ ਚੂਲੀ ਆਉਂਦਾ ਹੈ, ਯਾਨੀ ਕਿ ਜਿਹਨੂੰ ਕਹਿੰਦੇ ਨੇ ਇੱਕ ਕਤਰਾ ਜੀ। ਪਤਾ ਨਹੀਂ ਸਾਡੀ TMO ਨੂੰ ਕੀ ਹੋ ਗਿਆ। ਇਹਦੇ ਬਾਰੇ ਵੀ ਮਤਲਬ ਤਾਜਦੀਨ ਸਾਹਿਬ ਨੂੰ ਆਖਿਆ ਕਿ ਉਹ ਵਕਤੀ ਤੌਰ 'ਤੇ ਕੰਮ ਸਿੱਧਾ ਪੱਧਰਾ ਕਰਾ ਦਿੰਦੇ ਨੇ, ਜਿਵੇਂ ਮਤਲਬ ਤਾਜਦੀਨ ਸਾਹਿਬ ਗਾਇਬ ਹੁੰਦੇ ਨੇ ਉਸ ਤੋਂ ਬਾਅਦ ਫਿਰ ਉਹੀ ਕੁਛ ਯਾਨੀ ਕਿ ਪਿੱਛੋਂ ਹੋ ਜਾਂਦਾ। ਅਤੇ ਇਹੀ ਇਹਨਾਂ ਨੂੰ ਕਹਾਂਗਾ ਕਿ ਭਾਈ ਸਾਨੂੰ ਤੁਸੀਂ ਉਹ ਸਾਡੇ 'ਤੇ ਪਾਣੀ ਛਾਣੀ ਨਾ ਬੰਦ ਕਰੋ, ਠੀਕ ਹੈ, ਅਤੇ ਤੁਸੀਂ ਹੁਸੈਨੀਅਤ ਦੀ ਮਿਸਾਲ ਦਿਓ ਅਤੇ ਪਾਣੀ ਨਾ ਬੰਦ ਕਰੋ ਅਤੇ ਪਾਣੀ ਲਿਆਦਾ ਜੋ ਵੀ ਯਾਨੀ ਕਿ ਪਾਣੀ ਦਾ ਮਸਲਾ ਹੱਲ ਕਰੋ। ਯਾਨੀ ਕਿ ਤੇ ਹੋਰ ਤੁਸੀਂ ਕੀ ਸਮਝਦੇ ਹੋ ਵੀ ਇਲਾਕਾਈ ਕਿਹੜੇ ਮਸਲੇ ਜਿਹੜੇ ਹੱਲ ਹੋਣੇ ਚਾਹੀਦੇ ਨੇ? ਇਲਾਕਾਈ ਇਹੀ ਮਸਲੇ ਮਸਾਇਲ ਨੇ ਕਿ ਯਾਨੀ ਕਿ ਜਿਹੜੇ ਸਾਡੇ ਸਹਾਫੀ ਭਾਈ ਨੇ ਇਹਨਾਂ ਨੂੰ ਆਪਸ 'ਚ ਮੁਤਹਿਦ ਹੋ ਕੇ ਰਹਿਣਾ ਚਾਹੀਦਾ ਹੈ। ਇਹਨਾਂ ਨੂੰ ਇੱਕ ਪਲੇਟਫਾਰਮ 'ਤੇ ਆਣ ਕੇ ਲੜਨਾ ਚਾਹੀਦਾ ਹੈ ਕਿ ਜੀ ਕਿ ਅਸੀਂ ਯਾਨੀ ਕਿ ਅਸੀਂ ਆਪਣੇ ਸ਼ਹਿਰ ਸ਼ਰਕਪੁਰ ਵਾਸਤੇ ਅਸੀਂ ਲੜਾਂਗੇ। ਤੇ ਇਹ ਲੜਨਾ ਕਿਹਦੇ ਨਾਲ ਹੈ? ਸਾਫੀਆਂ ਨਾਲ ਲੜਨਾ ਹੈਗਾ ਜਰਾਇਮ ਨਾਲ ਯਾਨੀ ਕਿ ਲੜਨ ਦੀ ਗੱਲ ਹੋ ਰਹੀ ਹੈ, ਯਾਨੀ ਕਿ ਇਕੱਠੇ ਹੋ ਕੇ ਲਾਣ ਖਬਰਾਂ ਜਰਾਇਮ ਦੇ ਖਿਲਾਫ। ਤੇ ਇਨਸ਼ਾਅੱਲਾਹ ਤਾਲਾ ਸਾਡੇ ਸ਼ਰਕ ਵਿੱਚ ਜਰਾਇਮ ਖਤਮ ਹੋ ਸਕਦਾ। ਕੱਛੇ ਪਾ ਕੇ ਲੜਨਾ ਹੈ ਜਾਂ ਹੁਣ ਜੀ ਮਤਲਬ ਜਿਵੇਂ ਵੀ ਹੋਣ? ਨਹੀਂ, ਉਹ ਕੀ ਨਾਮ ਹੈ ਭਾਈ ਨੂੰ ਇੱਕ ਸਹਾਫੀ ਨੂੰ ਉਹਨਾਂ ਦਾ ਇੱਕ ਏਡਾ ਵੱਡਾ ਉਹਦਾ ਹੈ, ਵੱਖਰੀ ਗੱਲ ਹੈ, ਭਾਵੇਂ ਵਿੱਚੋਂ ਕਈ ਤਸਲੀਮ ਯਾਫਤਾ ਨਹੀਂ ਵੀ ਹੈਗੇ, ਉਹ ਵਾਲੀ ਉਹ ਗੱਲ ਲੈਦਾ ਹੈ, ਲੇਕਿਨ ਫਿਰ ਵੀ ਇਹਨਾਂ ਨੂੰ ਚਾਹੀਦਾ ਹੈ ਕਿ ਇੱਕੋ ਪਲੇਟਫਾਰਮ ਜਾਣ ਕੇ ਲੜਨਾ ਚਾਹੀਦਾ ਇਹਨਾਂ ਨੂੰ, ਤਾਂ ਕਿ ਸਾਡੇ ਸ਼ਰਕਪੁਰ ਦੇ ਵਿੱਚੋਂ ਜਰਾਇਮ ਪੇਸ਼ਾ ਅਨਾਸਰ ਵੀ ਖਤਮ ਹੋ ਜਾਣ ਤੇ ਸਾਡੇ ਸ਼ਰਕਪੁਰ ਦੇ ਵਿੱਚ ਜਰਾਇਮ। ਸ਼ਹਿਰ 'ਚ ਬੜੇ ਜਹਾਜ਼ ਫਿਰ ਰਹੇ ਹੁੰਦੇ ਨੇ ਤੇ ਕਿਆ ਇਹਨਾਂ ਵਾਸਤੇ ਰਾਤ ਨੂੰ ਨਿਕਲਦੇ ਨੇ 9-10 ਵਜੇ ਜਹਾਜ਼, ਤੁਸੀਂ ਸਮਝ ਗਏ ਹੋ, ਤੇ ਇਹਨਾਂ ਵਾਸਤੇ ਕੋਈ 에ਅਰਪੋਰਟ ਵੀ ਬਣਨਾ ਚਾਹੀਦਾ ਸ਼ਹਿਰ 'ਚ? ਨਹੀਂ, ਇਹਨਾਂ ਵਾਸਤੇ ਤਾਂ 에ਅਰਪੋਰਟ ਹਰ ਜਗ੍ਹਾ 'ਤੇ ਹੁੰਦਾ ਹੈ। ਜਿੱਥੇ ਵੇਖਿਆ ਕੋਈ ਠੰਡੀ ਕੋਈ ਛਾਂ ਹੈਗੀ ਉੱਥੇ ਇਹਨਾਂ ਨੇ ਆਪਣਾ ਜਹਾਜ਼ ਲੈਂਡ ਕਰਕੇ ਤੇ ਆਪਣਾ ਗੁਜ਼ਰ ਬਸਰ ਕੀਤਾ ਤੇ ਅਗਲੇ ਟਾਈਮ ਫਿਰ ਉਡਾ ਕੇ ਕਿਸੇ ਹੋਰ ਸ਼ਹਿਰ 'ਤੇ
ਇਹ ਵਾਲੀ ਗੱਲ ਝੂਠੀ ਹੈ, ਯਾਨੀ ਕਿ ਨਵਾਂ ਏਅਰਪੋਰਟ ਨਾ ਹੀ ਬਣਾਵੇ ਤੇ ਨਾ ਯਾਨੀ ਕਿ ਉਹ ਬਣਨ ਤੇ ਬਿਹਤਰ ਹੀ ਹੈ। ਮਖਲੂਤ ਤਲੀਮੀ ਨਿਜ਼ਾਮ ਬਾਰੇ ਤੁਹਾਡਾ ਕੀ ਖਿਆਲ ਹੈ? ਇਹ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ? ਇਹਨਾਂ ਦੇ ਬਾਰੇ ਇੱਕ ਇਹੀ ਖਿਆਲ ਹੈ ਕਿ ਸਾਨੂੰ ਜਦੋਂ ਇਸ ਤੋਂ ਪਹਿਲਾਂ ਜਦੋਂ ਕਰੋਨਾ ਵਾਇਰਸ ਫੈਲਿਆ ਨਾ, ਉਹ ਵੀ ਸਾਡੀਆਂ ਲਿਬਰਲ ਆਂਟੀ ਦੀ ਮੇਰੇ ਤੋਂ ਫੈਲਿਆ। ਯਾਦ ਕਰੋ ਜਦੋਂ ਇਸਲਾਮਾਬਾਦ ਧਰਨਾ ਹੋਇਆ ਹੈ, ਉਸ ਤੋਂ ਬਾਅਦ ਜ਼ਲਜ਼ਲੇ ਵੀ ਆਏ ਨੇ, ਤੇ ਉਸ ਤੋਂ ਬਾਅਦ ਸਾਡੇ ਮੁਲਕ ਵਿੱਚ ਕਰੋਨਾ ਵਾਇਰਸ ਵੀ ਫੈਲਿਆ। ਉਸ ਤੋਂ ਬਾਅਦ ਉਹ ਅੱਲਾ ਅੱਲਾ ਕਰਕੇ ਜਾਨ 'ਚ ਵਿਜਿਟ ਕੀਤੀ ਤੇ ਐਸ ਦਫਾ ਫਿਰ ਆਏ ਨੇ। ਐਸ ਦਫਾ ਫਿਰ ਆਣ ਕੇ ਆਂਟੀਆਂ ਨੇ ਆਣ ਕੇ ਧਰਨਾ ਦਿੱਤਾ, ਤੇ ਧਰਨੇ ਦੀ ਦਵਾਈ ਤੋਂ ਫਿਰ ਕਰੋਨਾ ਦੀ ਤੀਸਰੀ ਲਹਿਰ ਸਾਡੇ ਮੁਲਕ ਪਾਕਿਸਤਾਨ ਵਿੱਚ ਆ ਗਈ ਹੈ। ਇਹਨਾਂ ਦਾ ਹੱਲ ਇੱਕ ਹੀ ਹੈ, ਇੱਕ ਬੜੀ ਸਾਰੀ ਤੋਪ ਤਿਆਰ ਕੀਤੀ ਹੈ, ਇੱਕ ਵੱਡਾ ਸਾਰਾ ਬੰਬ ਬਣਾਇਆ ਹੈ, ਜਿੰਨੀਆਂ ਵੀ ਲਿਬਰਲ ਆਂਟੀਆਂ ਨੇ ਸਾਰਿਆਂ ਨੂੰ ਵਿੱਚ ਬੰਨ੍ਹ ਕੇ ਤੇ ਇਹਨਾਂ ਨੂੰ ਯੂਰਪ ਦੇ ਵਿੱਚ ਧੱਕਾ ਲਾ ਦੇਣਾ ਚਾਹੀਦਾ। ਜਾਓ, ਇਹ ਤੁਹਾਡੀ ਆਖਰੀ ਖੁਆਇਸ਼ ਹੈ ਕਿ ਤੁਸੀਂ ਜਾ ਕਰੋ ਮਰੋ ਜੋ ਕੁਝ ਮਰਜ਼ੀ ਜਾ ਕਰੋ। ਤੇ ਨੌਜਵਾਨ ਨੂੰ ਜਿਹੜੇ ਇਹਦੇ ਸ਼ਰਕਪੁਰ ਦੇ ਉਹਨਾਂ ਨੂੰ ਖੇਡਣ ਵਾਸਤੇ ਕੀ ਤੁਸੀਂ ਚਾਹੁੰਦੇ ਹੋ? ਕਿਹੜੀ ਜਗ੍ਹਾ ਉਹਨਾਂ ਨੂੰ ਮਿਲਣੀ ਚਾਹੀਦੀ? ਮੇਰੇ ਨਜ਼ਦੀਕ ਤਾਂ ਇਹੀ ਹੈ ਕਿ ਅਗਰ ਨਵੀਂ ਗਰਾਊਂਡ ਤੁਸੀਂ ਨਹੀਂ ਦੇ ਸਕਦੇ ਤਾਂ ਗੌਰਮੈਂਟ ਪਾਇਲਟ ਸੈਕੰਡਰੀ ਸਕੂਲ ਦੀਆਂ 2 ਵੱਡੀਆਂ ਗਰਾਊਂਡਾਂ ਸਾਡੇ ਕੋਲ ਮੌਜੂਦ ਨੇ, ਆਪਸ਼ਨਾਂ ਮੌਜੂਦ ਨੇ। 2 ਗਰਾਊਂਡਾਂ ਉਹ ਖੋਲ੍ਹ ਦੇਣ ਤੇ ਇੱਕ ਮਿਊਨਿਸਪਲ ਵਾਲੀ ਗਰਾਊਂਡ ਖੋਲ੍ਹ ਦੇਣ। ਮੇਰੇ ਨਜ਼ਦੀਕ ਸਾਡੇ ਸ਼ਰਕਪੁਰ ਤਕਰੀਬਨ 80% ਮਸਲਾ ਹੱਲ ਹੋ ਜਾਂਦਾ ਜੀ ਖੇਲਣ ਘਰਾਂ ਦੇ ਮਾਮਲੇ ਦੇ ਵਿੱਚ। ਤੇ ਸ਼ਰਕਪੁਰ ਦੇ ਜਿਹੜੇ ਸਾਫੀ ਅੰਗੂਠਾ ਛਾਪ ਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਵੱਲਾ ਆਲਮ ਭਾਈ ਨੇ ਨਾਮ ਕਿਸੇ ਸ਼ਰਕਪੁਰ ਸਾਫੀ ਅੰਗੂਠਾ ਛਾਪ ਨੂੰ ਵੇਖਿਆ ਤੇ ਨਾ ਹੀ ਮੈਂ ਵੇਖਣਾ ਚਾਹੁੰਦਾ ਵਾਂ। ਜਿਹਦੇ ਵੀ ਨੇ ਜਿਹੜਾ ਜਿੱਥੇ ਲੱਗਾ ਸਹੀ ਲੱਗਾ ਹੈ, ਉਹ ਆਪਣੀ ਕਮੀ ਧੰਦੀ ਤੇ ਅਸੀਂ ਆਪਣੀ ਕਮੀ ਧੰਦੀ। ਇਹ ਠੀਕ ਹੋ ਗਿਆ ਜੀ। ਸ਼ਹਿਰ ਦੇ ਕਿਹੜੇ ਮਸਾਇਲ ਨੇ ਤੁਹਾਨੂੰ, ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਦਾ ਕੀ ਹੱਲ ਹੋਣਾ ਚਾਹੀਦਾ ਹੈ, ਉਹਨਾਂ ਨੂੰ ਕਿਵੇਂ ਉਹਨਾਂ ਦੇ ਨਾਲ ਨਿਕਲਣਾ ਚਾਹੀਦਾ? ਸ਼ਹਿਰ ਦੇ ਇਹੀ ਮਸਲੇ ਮਸਾਇਲ ਨੇ ਕਿ ਯਾਨੀ ਕਿ ਸਾਡੇ ਸ਼ਰਕਪੁਰ ਦੇ ਵਿੱਚ ਜੋ ਵੀ ਮੇਨ ਚੀਜ਼ ਆ ਜਾਂਦਾ ਗੰਦਗੀ ਦੇ ਮਾਮਲਾ ਦੇ ਵਿੱਚ। ਮੇਰਾ ਮਹੱਲਾ ਨਬੀਪੁਰਾ, ਮੇਰੇ ਮਹੱਲੇ ਨਬੀਪੁਰ ਵਿੱਚ ਗੰਦਗੀ ਨਹੀਂ ਖਤਮ ਹੁੰਦੀ ਹੈਗੀ। ਮੈਂ ਇਹਨਾਂ ਬਾਰੇ ਗਰੁੱਪਾਂ ਵਿੱਚ ਵੀ ਖਬਰਾਂ ਸ਼ੇਅਰ ਕਰ ਚੁੱਕਿਆ ਹਾਂ। ਮੇਰੀ ਭਾਈ ਤੁਹਾਡੀ ਮਿਹਰਬਾਨੀ, ਸਾਡੇ ਮਹੱਲੇ ਕੋਈ ਖਾਕਰੂ ਲਾਓ। ਉਹ ਜਿਹੜਾ ਖਾਕਰੂ ਬਣਦਾ ਉਹ ਈਦ ਤੋਂ ਜਾਂ ਸ਼ਬਰਾਤ ਤੋਂ 2 ਦਿਨ ਪਹਿਲਾਂ ਆਉਂਦਾ, ਸਫਾਈ ਨੀਟ ਐਂਡ ਕਲੀਨ ਕਰਦੇ, ਤੇ ਸਾਡਾ ਬੁਆ ਆਣ ਕੇ ਉਹ ਕਰਦਾ ਮਾਸਟਰ ਸਾਹਿਬ 200 ਰੁਪਇਆ ਦੇ ਦਿਓ। 200 ਰੁਪਏ ਅਸੀਂ ਦੇਦਾ, ਅਗਲੇ ਦਿਨ ਫਿਰ ਦੁਬਾਰਾ ਗਾਇਬ ਹੋ ਜਾਂਦਾ। ਉਸ ਤੋਂ ਬਾਅਦ ਫਿਰ 365 ਦਿਨ ਹੁੰਦਾ ਬੈ ਕੇ ਇੰਤਜ਼ਾਰ ਕਰੀਦਾ ਕਿ ਹੁਣ ਕੀ ਦੁਆ ਨਹੀਂ ਯਕੀਨ। ਤੇ ਮੇਰੇ ਮਹੱਲੇ ਦੇ ਮੇਰੇ ਘਰ ਦੇ ਨਾਲ ਰੂੜੀ ਲੱਗੀ, ਇਹਦੇ ਬਾਰੇ ਮੈਂ ਬੜੀ ਦਫਾ ਜਾ ਕੇ ਕਹਿ ਚੁੱਕਿਆ ਵਾਂ, ਲੇਕਿਨ ਕੋਈ ਸੁਣਵਾਈ ਨਹੀਂ ਹੁੰਦੀ। ਇੱਧਰੋਂ ਸੁਣਦੇ ਨੇ, ਇੱਕ ਸਾਈਡ ਤੋਂ ਕਰ ਦਿੰਦੇ, ਅੱਲਾ ਲੱਗਦਾ। ਤੇ ਸੁਣਿਆ ਫਿਰ ਜਦੋਂ ਸਫਾਈ ਸਫੂਈ ਨਹੀਂ ਹੁੰਦੀ ਤੁਸੀਂ ਆਪ ਹੀ ਫਿਰ ਮਿਸ਼ਨ ਫੜਦੇ ਹੋ, ਤੁਸੀਂ ਆਪ ਹੀ ਸਫਾਈ ਸਫੂਈ ਕਰਨ ਨਹੀਂ, ਲੱਗ ਉਹ ਪੈਂਦੇ ਤਾਂ ਹੋ? ਫਿਰ ਗੱਲ ਝੂਠ, ਉਹ ਫਿਰ ਆਪਣਾ ਬੂਆ ਜ਼ਾਹਿਰ ਕਰੇ, ਫਿਰ ਉਹ ਸਾਫ਼ ਉਹ ਕਰਨਾ ਹੀ ਹੁੰਦਾ, ਜਾਂ ਮੈਂ ਕਰ ਲੈਂਦਾ ਮੈਂ, ਜਾਂ ਫਿਰ ਮੇਰੇ ਕੋਈ ਮਹੱਲੇ ਦੀ ਹੋਰ ਆਂਟੀ ਜੀ ਕਰ ਲੈਂਦੀ, ਉਹ ਤਾਂ ਐਵੇਂ ਕਰਕੇ ਫਿਰ ਧੱਕਾ ਲਾਣਾ ਹੀ ਹੁੰਦਾ ਵਕਤ ਨੂੰ। ਫਿਰ ਕਿਉਂਕਿ ਤੁਹਾਨੂੰ ਪਤਾ ਸਫਾਈ ਨਿਸਫੀ ਮਾਨ ਹੈ, ਤੇ ਗੰਦਗੀ ਸਾਡੇ ਕੋਲ ਮੁਸਲਮਾਨਾਂ ਕੋਲ ਬਰਦਾਸ਼ਤ ਨਹੀਂ ਹੁੰਦੀ ਹੈਗੀ, ਤੇ ਇਸ ਵਾਸਤੇ ਅਸੀਂ ਯਾਨੀ ਕਿ ਸਫਾਈ ਲਾਜ਼ਮੀ ਨਹੀਂ ਚਾਹੀਦੀ। ਤੇ ਸਿਆਸਤ ਦੇ ਵਿੱਚ ਆਉਣ ਦਾ ਕਿਵੇਂ ਪਲਾਨ ਬਣਿਆ? ਸਿਆਸਤ ਦੇ ਵਿੱਚ ਆਉਣ ਦਾ ਐਵੇਂ ਹੀ ਪਲਾਨ ਹੋਇਆ ਕਿ ਜਿੰਨੇ ਵੀ ਸਾਡੇ ਵੱਡੇ ਸਿਆਸਤਦਾਨ ਨੇ, MNA MP ਪੂਰੇ ਉਹ ਪਾਕਿਸਤਾਨ ਦੇ 5 ਸਾਲ ਦੇ ਵਿੱਚ ਇੱਕ ਦਫਾ ਰੂਨਮਾਈ ਕਰਾਉਂਦੇ ਨੇ ਕਿ ਅਸੀਂ ਜ਼ਿੰਦਾ ਵਾਂ, ਇਸ ਵਾਰ ਫਿਰ ਗਾਇਬ ਹੋ ਜਾਂਦੇ ਨੇ। ਤੇ ਜੋ ਵੀ ਕੁਛ ਹੈਗਾ, ਯਾਨੀ ਕਿ ਉਹ ਪਿੱਛੋਂ ਪੈਸੇ ਲੈਂਦੇ ਨੇ ਜਾਂ ਨਹੀਂ ਲੈਂਦੇ ਹੈਗੇ, ਸਾਨੂੰ ਨਹੀਂ ਇਸ ਗੱਲ ਦਾ ਪਤਾ ਹੈਗਾ, ਉਹ ਪਿੱਛੋਂ ਗਾਇਬ ਹੋ ਜਾਂਦੇ ਨੇ। ਤੇ ਸਾਨੂੰ ਯਾਨੀ ਕਿ ਇਸ ਵਾਰ ਮੈਨੂੰ ਸ਼ੌਕ ਜ਼ਿਆਦਾ ਪੈਦਾ ਹੋਇਆ ਕਿ ਮੈਂ ਜਨਰਲ ਕੋਨੇ ਦੀ ਸੀਟ ਲੜਾਂ ਤੇ ਮੈਂ ਆਵਾਂ ਮੈਦਾਨ ਦੇ ਵਿੱਚ। ਤੇ ਜਿਹੜਾ ਤੁਹਾਨੂੰ ਫੰਡ ਮਿਲੇਗਾ ਉਹਦੇ ਚੋਂ ਕੋਈ ਪੈਸੇ ਲਾਓਗੇ ਵੀ ਜਾਂ ਸਾਰੇ ਆਪ ਹੀ ਖਾ ਜਾਓਗੇ? ਅਗਰ ਭਾਈ ਮੈਨੂੰ ਮੇਰੇ ਵੱਡਿਆਂ ਨੇ ਮੈਨੂੰ ਕੋਈ ਦਿੱਤਾ ਫੰਡ ਤੇ ਜ਼ਰੂਰ ਲਾਵਾਂਗਾ, ਅਗਰ ਨਾ ਲਾਇਆ ਤੇ ਪੱਲੇ ਮੈਂ ਲਾਣਾ ਕੋਈ ਨਹੀਂ, ਕਿਉਂਕਿ ਮੇਰੀ ਮਹੀਨੇ ਦੀ ਇਨਕਮ ਬਿਲਕੁਲ ਸ਼ਾਰਟ ਹੈ, ਥੋੜੀ ਹੈ। ਤੇ ਇਲੈਕਸ਼ਨ ਜੀ ਬਸ ਇਹ ਗੱਲ ਰਾਜ ਹੀ ਰਹਿਣ ਦੇ ਹੁਣ ਸਾਰੇ ਗੱਲਾਂ ਇਹ ਰਾਜ ਹੀ ਚੰਗਾ ਹੈ, ਇਸਤਨਬੋਲ ਤੇ ਕੁਝ ਨਾ ਪੋਲ। ਅੱਛਾ, ਇਹ ਦੱਸੋ ਕਿ ਇਹ ਜਿਹੜਾ ਇਲੈਕਸ਼ਨ ਤੇ ਤਾਂ 10-15 ਲੱਖ ਰੁਪਇਆ ਖਰਚ ਹੋ ਜਾਣਾ, ਤੇ ਫਿਰ ਪੈਸੇ ਪੂਸੇ ਤੁਸੀਂ ਕੋਈ ਜੋੜੇ ਜਮਾ ਨਹੀਂ ਜਾਂ ਕੋਈ ਹੋਰ ਤਰੀਕਾ ਲਾਉਣਾ ਇਲੈਕਸ਼ਨ ਲੜਨ ਦਾ? ਨਹੀਂ, ਮੈਂ ਫਿਰ ਕੋਈ ਹੋਰ ਤਰੀਕੇ ਘਰ ਲਾਵਾਂਗਾ ਫਿਰ ਇਨਸ਼ਾਅੱਲਾ ਕੋਈ ਨਾ ਕੋਈ। ਮੈਂ ਆਪਣੇ ਦੋਸਤਾਂ ਨੂੰ ਇਕੱਠਿਆਂ ਕਰਾਂਗਾ ਕਿ ਯਾਰ ਤੁਸੀਂ ਮੇਰੇ ਤੇ ਪੈਸੇ ਲਾ ਦਿਓ, ਅਗਰ ਮੈਂ ਜਿੱਤ ਗਿਆ ਤੇ ਫਿਰ ਮੈਂ ਔਖੇ ਸੌਖੇ ਫਿਰ ਮੈਂ ਆਪਣੀ ਤਨਖਾਹ ਦੇ ਵਿੱਚੋਂ ਪੌਕਟ ਮਨੀ ਮੈਂ ਫਿਰ ਤੁਹਾਨੂੰ ਤੁਹਾਡੇ ਪੈਸੇ ਪੂਰੇ ਫਿਰ ਕਰ ਦਿਆਂਗਾ। ਫਿਰ ਸ਼ਹਿਰ ਦੇ ਆਪਣੇ ਕੋਈ ਮੁਅੱਜ਼ਜ਼ ਦੋਸਤਾਂ ਦੇ ਨਾਮ ਦੱਸੋ ਨਾ ਜਿਹੜੇ ਤੁਹਾਨੂੰ ਇਲੈਕਸ਼ਨ ਦੇ ਵਿੱਚ ਪੈਸੇ ਦੇਣਗੇ, ਆਪਣੇ ਸਪੋਰਟਰਾਂ ਦੇ ਨਾਮ ਦੱਸੋ ਨਾ ਜਿਹੜੇ ਤੁਹਾਡੇ ਅੱਛੇ ਦੋਸਤ। ਮੈਂ ਬਾਅਦ ਵਿੱਚ ਚਾਹੁੰਦਾ ਮੈਂ ਉਹਨਾਂ ਦੇ ਇੱਥੇ ਨਾਮ ਨਹੀਂ ਇਸ ਸਮੂਹ ਦੱਸ ਸਕਦਾ ਹੈਗਾ, ਕਿਉਂਕਿ ਮੈਂ ਫਿਰ ਉਹ ਮਾਈਂਡ ਨਾਲ ਕਿਤੇ ਕਰ ਰਹੀ, ਕਿਉਂਕਿ ਅਗਰ ਮੈਂ ਉਹਨਾਂ ਦਾ ਨਾਮ ਵੀ ਲਿਆ ਅਗਲੇ ਦਿਨ ਫਿਰ ਮੈਂ ਇਸਲਾਮ ਦਾ ਲੈਣ ਬੰਦ ਕਰ ਦਿੰਦਾ। ਕਿਉਂ? ਉਹਨਾਂ ਦੀ ਵਜ੍ਹਾ ਕੀ? ਉਹਨਾਂ ਨੇ ਕਹਿਣਾ ਕਿ ਯਾਰ ਅਸੀਂ ਤੈਨੂੰ ਕਿਹੜੇ ਕਰੋੜਪਤੀ ਨਜ਼ਰ ਆਉਂਦੇ ਕਿ ਤੂੰ ਸਾਡਾ ਜਾ ਕੇ ਨਾਂ ਲੈ ਲਿਆ। ਉਹ ਫਿਰ ਇਸ ਵਾਸਤੇ ਵੀ ਗੱਲ ਤੁਹਾਡੀ ਮਿਹਰਬਾਨੀ ਜ਼ਰਾ ਰਾਜ਼ੀ ਰਹੇ। ਸਹੀ ਹੈ, ਬਿਹਤਰ ਹੋ। ਸ਼ਹਿਰ ਦੇ ਨੌਜਵਾਨਾਂ ਨੂੰ ਕੀ ਕੋਈ ਪੈਗਾਮ ਦੇਣਾ ਚਾਹੁੰਦੇ ਹੋ? ਸ਼ਹਿਰ ਦੇ ਨੌਜਵਾਨਾਂ ਨੂੰ ਪਹਿਲਾ ਤੇ ਆਖਰੀ ਪੈਗਾਮ ਆਹੀ ਹੈ, ਅਗਰ ਉਹ ਨੌਜਵਾਨ ਪੜ੍ਹਨ ਇਹ ਆਖਰੀ ਕਿਉਂ ਹੈ ਕਿ ਫੋਤ ਹੋਣ ਲੱਗੇ ਜਿਸ ਤੋਂ ਬਾਅਦ? ਨਹੀਂ, ਉਹ ਕਿਉਂਕਿ ਇਸ ਵਾਰ ਟਾਈਮ ਸ਼ੋਰਟ ਹੈ, ਮੈਂ ਫਿਰ ਨਮਾਜ਼ ਵੀ ਜਾ ਕੇ ਪੜ੍ਹਨੀ ਹੈ। ਤੁਹਾਨੂੰ ਪਤਾ ਹੈ ਰਮਜ਼ਾਨ ਮੁਬਾਰਕ ਦਾ ਮਾਹ ਮੁਕੱਦਸ ਮਹੀਨਾ ਚੱਲਦਾ ਪਿਆ। ਉਹਨਾਂ ਸਿਰਫ ਇੱਕ ਹੀ ਹੈ ਕਿ ਅਗਰ ਉਹ ਪੜ੍ਹਨਾ ਚਾਹੁੰਦੇ ਨੇ ਪੜ੍ਹ ਲੈਣ, ਅਗਰ ਉਹ ਨਹੀਂ ਪੜ੍ਹਨਾ ਚਾਹੁੰਦੇ ਤਾਂ ਕੋਈ ਕੰਮ ਸ਼ਮ ਸਿੱਖ ਲੈਣ, ਅਗਰ ਕੰਮ ਸ਼ਮ ਨਹੀਂ ਸਿੱਖਣਾ ਚਾਹੁੰਦੇ ਤੇ ਚੁੱਪ ਕਰਕੇ ਪਰ ਹਾਲ ਬੁਰਾਈ ਵਾਲੇ ਕੰਮਾਂ 'ਚ ਨਾ ਪੈਣ, ਘਰ ਭਾਵੇਂ ਵਿਹਲੇ ਭਾਵੇਂ ਰਹਿ ਕੇ ਘਰ ਦੀਆਂ ਮੰਜੀਆਂ ਭਾਵੇਂ ਤੋੜ ਲੈਣ, ਸਾਨੂੰ ਉਹ ਵਾਰੇ ਨੇ, ਲੇਕਿਨ ਬੁਰੇ ਕੰਮਾਂ 'ਚ ਨਾ ਪੈਣ। ਬਿਲਕੁਲ ਸਹੀ ਹੈ। ਤੇ ਤੁਸੀਂ ਕਰੋਨਾ ਬਾਰੇ ਕੀ ਸਮਝਦੇ ਹੋ ਕਿ ਇਹ ਵਬਾ ਹੈਗੀ ਹੈ ਔਰ ਇਹਦੇ ਨਾਲ ਹੁਣ ਤੱਕ ਜਿਹੜਾ ਨੁਕਸਾਨ ਹੋਇਆ ਹੈ ਉਹ ਸਾਰਾ ਸਹੀ ਹੈ? ਕਰੋਨਾ ਵਾਇਰਸ ਦੀ ਵਬਾ ਵਾਕਈ ਹੈਗੀ ਹੈ, ਲੇਕਿਨ ਸਾਡੇ ਸ਼ਰਕਪੁਰ ਦੀ ਆਵਾਮ ਜਾਂ ਸਾਡੇ ਪਾਕਿਸਤਾਨ ਦੀ ਆਵਾਮ ਇਹਨੂੰ ਐਡੀ ਖਾਸ ਸੀਰੀਅਸ ਨਹੀਂ ਲੈ ਰਹੀ ਹੈਗੀ।
ਤੇ ਅੱਲਾਹ ਤਾਲਾ ਕੋਲ ਇਹੀ ਦੁਆ ਹੈ ਕਿ ਮਾਹਿਰ ਰਮਜ਼ਾਨ ਦਾ ਮੁਕੱਦਸ ਮਹੀਨਾ ਚੱਲਦਾ ਪਿਆ, ਇਸ ਵਬਾ ਨੂੰ ਦੂਰ ਅੱਛਾ, ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਤੁਹਾਨੂੰ ਜਿਹਨੇ ਸਪੋਰਟ ਕਰਨੀ ਹੈ ਉਹ ਪਿੱਛੇ ਜਿਹੜਾ ਇਨਵੈਸਟਰ ਹੈ ਉਹ ਲਾਲੂ ਹੈ, ਇਸ ਬਾਰੇ ਤੁਹਾਡਾ ਕੀ ਖਿਆਲ ਹੈ? ਨਹੀਂ, ਇਹ ਤੁਹਾਨੂੰ ਕਿਸੇ ਨੇ ਰੌਂਗ ਖਬਰ ਦਿੱਤੀ ਹੈ। ਲਾਲੂ ਸ਼ਾਲੂ ਕੁਝ ਨਹੀਂ ਹੈ ਪਿੱਛੇ। ਲਾਲੂ ਤਾਂ ਆਪ ਗਰੀਬ ਉਹ ਆਪਣੇ ਘਰੋਂ ਪਹਿਲਾਂ ਲੈ ਕੇ ਉਹ ਖਾ ਰਿਹਾ ਪੈਸੇ, ਉਹਨੇ ਮੇਰੇ ਪਿੱਛੇ ਮਾਂ ਦਾ ਸਿਰ ਲਾਣਾ ਉਹਨੇ। ਬਿਲਕੁਲ ਠੀਕ ਹੈ। ਤੇ ਹੋਰ ਤੁਸੀਂ ਕੀ ਚਾਹੁੰਦੇ ਹੋ, ਅਗਰ ਤੁਹਾਨੂੰ ਅੱਲਾ ਕਾਉਂਸਲਰ ਤੋਂ ਅੱਗੇ ਕੱਲ੍ਹ ਨੂੰ ਕੋਈ ਚੇਅਰਮੈਨ ਬਣਾ ਦੇਵੇ ਸ਼ਹਿਰ ਦਾ, ਤੇ ਫਿਰ ਤੁਹਾਡੇ ਕੀ ਜ਼ਿਹਨ ਦੇ ਅੰਦਰ ਪ੍ਰੋਗਰਾਮ ਹੈ ਵੀ ਸ਼ਹਿਰ ਵਾਸਤੇ ਕੀ ਬਿਹਤਰੀਆਂ ਕਰੋਗੇ? ਫਿਰ ਇਹੀ ਹੋਵੇਗਾ ਅੱਲਾਹ ਤਾਲਾ, ਮੈਂ ਅਗਰ ਚੇਅਰਮੈਨ ਬਣ ਗਿਆ ਤਾਂ ਮੈਂ ਸ਼ਰਕਪੁਰ ਨੂੰ ਮਾਡਲ ਸਿਟੀ ਬਣਾਵਾਂਗਾ ਜੀ। ਇੱਥੇ ਬਾਹਰੋਂ ਕੋਈ ਵੀ ਬੰਦਾ ਆਏਗਾ ਵਾਕਈ ਹੈ ਕਿ ਵਾਕਈ ਐਸੇ ਦਾ ਚੇਅਰਮੈਨ ਦਾ ਨਾਮ ਵਾਕਈ ਭਾਈ ਸਮੀਨਾ ਬਣ। ਇੱਥੇ ਦੂਸਰੀਆਂ ਤਹਿਸੀਲਾਂ 'ਚ ਲੋਕ ਨੌਕਰੀ ਕਰਨ ਵੀ ਆਉਣਗੇ, ਕੋਈ ਨੌਕਰੀ ਦੇ ਮੌਕੇ ਵੀ ਮਿਲਣਗੇ ਇਨਸ਼ਾਅੱਲਾ ਤਾਲਾ। ਮੈਂ 1 ਕਰੋੜ ਨੌਕਰੀ ਤਾਂ ਮੈਂ ਨਹੀਂ ਦੇ ਸਕਦਾ ਹੈਗਾ, ਲੇਕਿਨ ਮੈਂ ਅਗਰ ਚੇਅਰਮੈਨ ਹੋਇਆ ਤੇ ਚੰਦ ਮਖਸੂਸ ਨਸ਼ਿਸਤਾਂ ਦੇ ਵਿੱਚ ਮੈਂ ਲਾਜ਼ਮੀ ਤੌਰ ਤੇ ਕਰਾਂਗਾ ਇਨਸ਼ਾਅੱਲਾ ਤਾਲਾ। ਯਾਨੀ ਕਿ ਛੋਟੀਆਂ ਸੀਟਾਂ ਦੇ ਮੈਂ ਖੋਲਾਂਗਾ ਤਾਂ ਕਿ ਜਿਹੜੀ ਨੌਜਵਾਨ ਅਸਲ ਇਕੱਠੀ ਹੋਵੇਗੀ। ਤੇ ਸ਼ਹਿਰ 'ਚ ਜਿਹੜੇ ਗਰੀਬ ਆਵਾਮ ਹੈ ਉਹਨਾਂ ਵਾਸਤੇ ਤੁਸੀਂ ਕੀ ਕਰੋਗੇ? ਉਹਨਾਂ ਵਾਸਤੇ ਆਹੀ ਹੋਏਗਾ, ਅਗਰ ਅੱਲਾਹ ਤਾਲਾ ਨੇ ਪੈਸੇ ਦਿੱਤੇ ਤੇ ਇੱਕ ਫਾਊਂਡੇਸ਼ਨ ਤਿਆਰ ਕਰਾਂਗੇ, ਫਾਊਂਡੇਸ਼ਨ ਵਿੱਚ ਉਹਨਾਂ ਨੂੰ ਹਰ ਮਹੀਨੇ ਇਨਕਮ ਦੇਣਾ ਕਰਾਂਗੇ ਅਗਰ ਅੱਲਾਹ ਤਾਲਾ ਨੇ ਚਾਹਿਆ। ਬਿਲਕੁਲ ਠੀਕ ਹੈ। ਤੇ ਹੋਰ ਕੋਈ ਤੁਸੀਂ ਜਿਹੜਾ ਮੈਸੇਜ ਦੇਣਾ ਚਾਹੋ ਆਵਾਮ ਨੂੰ? ਬਸ ਇਹੀ ਹੈ, ਸਾਡੇ ਸ਼ਰਕਪੁਰ ਨੂੰ ਆਪਸ ਵਿੱਚ ਪਿਆਰ ਨੂੰ ਬਦਲਦਾ ਰਹਿਣਾ ਚਾਹੀਦਾ ਹੈ। ਇਹ ਹੁਣ ਇਹ ਮਸਲਾ ਚੱਲਦਾ ਪਿਆ ਹੈ, ਆਪਣਾ ਸੀਨੀਅਰ ਸਾਫੀ ਨੇ ਆਪਣਾ ਮਲਕ ਸਦੀਕ ਬਾਦਸ਼ਾਹ ਔਰ ਦੂਸਰੇ ਪਾਸੇ ਰਿਆਜ਼ ਮਲਕ ਸਬਜ਼ੀ ਫਰੋਸ਼ ਹੈ, ਤੇ ਇਹਨਾਂ ਦੋਵਾਂ ਨੂੰ ਤੁਹਾਡਾ ਕੀ ਮੈਸੇਜ ਹੈ? ਦੋਵੇਂ ਬਜ਼ੁਰਗ ਬੰਦੇ ਨੇ ਸ਼ਹਿਰ ਦੇ। ਨੋ ਕਮੈਂਟ। ਬਿਲਕੁਲ ਠੀਕ ਹੈ। ਵੈਸੇ ਤੁਸੀਂ ਸਮਝਦੇ ਹੋ ਕਿ ਸ਼ਹਿਰੀਆਂ ਨੂੰ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ? ਮੈਂ ਹੀ ਕਹਿਣ ਲੱਗਾ ਕਿ ਸ਼ਹਿਰੀਆਂ ਨੂੰ ਸਾਡੇ ਸ਼ਰਕਪੁਰ ਦੇ ਵਿੱਚ ਜਿੰਨੇ ਵੀ ਵੀਰ ਭਰਾ ਨੇ ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ ਪਿਆਰ ਮੁਹੱਬਤ ਦੇ ਨਾਲ, ਕਿਉਂਕਿ ਦੁਨੀਆ ਫਾਨੀ ਹੈ, ਇੱਕ ਨਾ ਇੱਕ ਦਿਨ ਹਰ ਇਨਸਾਨ ਨੇ ਚਲਿਆ ਨਾ। ਜਦੋਂ ਤੁਸੀਂ ਮਰੋ ਤੇ ਤੁਹਾਡੇ ਜਾਣ ਤੋਂ ਬਾਅਦ ਲੋਕ ਜ਼ਿਆਦਾ ਦੁਆਵਾਂ ਦੇਣ ਵਾਲੇ ਹੋਣ, ਨਾ ਕਿ ਤੁਹਾਡੇ ਪਿੱਛੇ ਕਹਿਣ ਕਿ ਉਹ ਬੰਦਾ ਪੈਰਾ ਸੀ, ਫਲਾਂ ਪੈਰਾ ਸੀ, ਢਿੰਗ ਪੈਰਾ ਸੀ, ਐਵੇਂ ਕੋਈ ਗੱਲਬਾਤ ਨਾ ਸੁਣੋ। ਅੱਛਾ, ਇਹ ਵੀ ਸੁਣਨ ਚ ਆ ਰਿਹਾ ਵੀ ਤੁਸੀਂ ਆਈਡੀਆਂ ਫੇਕ ਬਣਾ ਕੇ ਤੇ ਕੁੜੀਆਂ ਦੀ ਤਸਵੀਰਾਂ ਲਾ ਕੇ ਚਲਾਉਂਦੇ ਹੋ, ਕੋਈ ਹੈ ਇਹਦੀ ਹਕੀਕਤ? ਨਹੀਂ, ਉਹ ਮੇਰੀ ਆਪਣੀ ਜ਼ਾਤੀ ਆਈਡੀ ਹੈ, ਤੇ ਉਹ ਮੈਨੂੰ ਇੱਕ ਲੜਕੀ ਦੀ ਤਸਵੀਰ ਅੱਛੀ ਲੱਗੀ ਤੇ ਮੈਂ ਉਹ ਆਪਣੀ ਆਈਡੀ ਤੇ ਕੀਤੀ ਹੈ। ਤੇ ਅਗਰ ਤੁਸੀਂ ਆਂਦੇ ਹੋ ਤਾਂ ਮੈਂ ਉਹ ਜਾ ਕੇ ਹਟਾ ਲਾਂਗਾ, ਮੈਂ ਆਪਣੀ ਓਰੀਜਨਲ ਜਾ ਕੇ ਤਸਵੀਰ ਜਾ ਕੇ ਲਾ ਲਾਂਗਾ ਅਗਰ ਤੁਸੀਂ ਆਖਦੇ ਹੋ ਤੇ। ਅੱਛਾ, ਉਹ ਨਾਂ ਵੀ ਸਮੀਨ ਹੈ, ਲੜਕੀਆਂ ਦਾ ਨਾਮ ਵੀ ਹੁੰਦਾ ਹੈ, ਕਦੀ ਕਿਸੇ ਨੇ ਲੜਕੀ ਸਮਝ ਕੇ ਵੀ ਤੁਹਾਨੂੰ ਮੈਸੇਜ ਕੀਤਾ ਹੈ? ਨਹੀਂ, ਮੈਨੂੰ ਕਦੀ ਵੀ ਕਿਸੇ ਨੇ ਲੜਕੀ ਸਮਝ ਕੇ ਮੈਸੇਜ ਨਹੀਂ ਕੀਤਾ ਹੈ। ਉਹਨਾਂ ਸਾਰਿਆਂ ਨੂੰ ਪਤਾ ਕਿ ਸਮੀਨ ਅਹਿਮਦ ਦੇ ਮਹੱਲਾ ਨਬੀਪੁਰ ਦੇ ਰਹਿਣ ਵਾਲਾ ਤੇ ਬੰਦਾ ਬਹੁਤ ਹੀ ਅੱਛਾ। ਬਿਲਕੁਲ ਠੀਕ ਹੈ। ਤੇ ਹੋਰ ਤੁਸੀਂ ਆਪਣਾ ਇਹ ਵੀ ਦੱਸ ਦਿਓ ਕਿ ਐਡੀ ਤੁਸੀਂ ਕੀਮਤੀ ਟੀਮ ਜਿਹੜੀ ਤਾਲੀਮ ਹੈ ਕਿਹੜੇ ਉਸਤਾਦ ਕੋਲੋਂ ਹਾਸਲ ਕੀਤੀ? ਕਿਹੜੇ ਉਸਤਾਦ ਕੋਲੋਂ ਤੁਸੀਂ ਤਾਲੀਮ ਹਾਸਲ ਕੀਤੀ? ਉਹ ਬਸ ਜੀ ਐਵੇਂ ਬਸ ਕੋਈ ਰੋਲ ਖੁੱਲ ਕੇ 12 ਕੁ ਜਮਾਤਾਂ ਕਰ ਲਈਆਂ ਨੇ, ਅੱਲਾ ਦਾ ਕਰੀ ਚੱਲਾ, ਬਸ ਰੋਲ ਖੁੱਲ ਕੇ ਕੀਤੀਆਂ ਨੇ ਜਿਵੇਂ ਵੀ ਕੀਤੀਆਂ ਨੇ। ਤੇ ਤੁਹਾਡਾ ਆਪਣਾ ਕਾਰੋਬਾਰ ਕੀ ਰਿਹਾ ਹੈ? ਕਿਉਂਕਿ ਫਿਰ ਜਿਹੜਾ ਬੰਦਾ ਸਿਆਸਤ 'ਚ ਜਾਵੇ ਉਹਦੀ ਬੈਕਗਰਾਉਂਡ ਆਵਾਮ ਨੂੰ ਪਤਾ ਹੋਣਾ ਚਾਹੀਦੀ ਹੈ ਕਿ ਸਾਡੇ ਪਲੇਟਫਾਰਮ ਤੋਂ ਆਵਾਮ ਨੂੰ ਤੁਹਾਡੇ ਕਾਰੋਬਾਰ ਦਾ ਵੀ ਪਤਾ ਲੱਗ ਜਾਏ। ਮੇਰਾ ਫਿਲਹਾਲ ਕਾਰੋਬਾਰ ਤਾਂ ਕੋਈ ਨਹੀਂ ਹੈ, ਇਨਸ਼ਾਅੱਲਾ ਕੁਛ ਨਾ ਕੁਛ ਕਰਨਾ ਚਾਹ ਰਿਹਾ ਹਾਂ, ਲੇਕਿਨ ਉਹ ਬਸ ਫਿਲਹਾਲ ਕਿਸੇ ਵਜ੍ਹਾ ਤੋਂ ਬ੍ਰੇਕ ਲੱਗੀ। ਯਾਨੀ ਕਿ ਸਿਆਸਤ ਨੂੰ ਹੀ ਕਾਰੋਬਾਰ ਬਣਾਓਗੇ? ਨਹੀਂ, ਸਿਆਸਤ ਨੂੰ ਇਨਸ਼ਾਅੱਲਾ ਮੈਂ ਆਪਣਾ ਕਾਰੋਬਾਰ ਨਹੀਂ ਬਣਾਵਾਂਗਾ, ਸਿਆਸਤ ਨੂੰ ਮੈਂ ਖਿਦਮਤ ਸਮਝ ਕੇ ਕਰਾਂਗਾ। ਖਿਦਮਤ ਖਲਕ, ਯਾਨੀ ਕਿ ਖਿਦਮਤ ਖਲਕ ਮਤਲਬ ਲੋਕਾਂ ਦੇ ਜਨਾਜ਼ਿਆਂ 'ਚ ਵੀ ਜਾਓ ਕਰੋਗੇ, ਸ਼ਾਦੀਆਂ ਦੇ ਕਾਰਡ ਆਉਣਗੇ ਉੱਥੇ ਵੀ ਜਾਓ ਕਰੋਗੇ? ਨਹੀਂ, ਉਹ ਤਾਂ ਕਹਿ ਦੇ ਉੱਚਾ ਬੰਦਾ ਕਰਕੇ ਬੁਲਾਉਂਦੇ ਨੇ ਨਾ, ਕੋਈ ਬੁਲਾਏ ਜਾਂ ਨਾ ਬੁਲਾਏ, ਮੈਂ ਵੈਸੇ ਯਾਨੀ ਕਿ ਚਲਿਆ ਕਰਾਂਗਾ, ਤਾਂ ਮੈਂ ਵੈਸੇ ਜਾ ਕੇ ਮੈਂ 1000 2000 3000 ਰੁਪਏ ਜਾ ਕੇ ਮੈਂ ਪਾਵਾਂਗਾ। ਯਾਨੀ ਕਿ ਕਿਸੇ ਨੇ ਨਹੀਂ ਵੀ ਬੁਲਾਣਾ ਫਿਰ ਵੀ ਚਲੇ ਜਾਓ ਕਰੋਗੇ? ਲਾਜ਼ਮੀ ਭਾਈ, ਜ਼ਾਹਰੀ ਗੱਲ ਹੈ, ਮੈਂ ਉਹਨਾਂ ਦਾ MP ਹੋਵਾਂਗਾ ਅਗਰ ਮੈਂ ਇਨਸ਼ਾਅੱਲਾ ਤਾਲਾ ਹੋਗਾ ਤਾਂ ਮੈਂ ਲਾਜ਼ਮੀ ਜਾਵਾਂ ਕਰਾਂ, ਉਹਨਾਂ ਨੇ ਮੈਨੂੰ ਚੁਣਿਆ ਹੈ। ਬਿਲਕੁਲ ਠੀਕ ਹੈ, ਬਿਲਕੁਲ ਸਹੀ ਹੈ। ਤੇ ਅੱਛਾ, ਇਹ ਦੱਸੋ ਕਿ ਅਗਰ ਤੁਹਾਨੂੰ ਅੱਲਾਹ ਪਾਕ ਇੱਜ਼ਤ ਬਖਸ਼ਦਾ ਔਰ ਤੁਸੀਂ ਚੇਅਰਮੈਨ ਹੋ ਜਾਂਦੇ ਹੋ ਸ਼ਹਿਰ ਦੇ, ਤੇ ਜਿਹੜੀਆਂ ਸ਼ਹਿਰੀ ਖਵਾਤੀਨ ਨੇ ਉਹਨਾਂ ਵਾਸਤੇ ਵੀ ਕੋਈ ਇਸਲਾਹਾਤ ਕੋਈ ਇਲਾਕੇ 'ਚ ਕੰਮ ਕਰੋਗੇ? ਕੋਈ ਪਾਰਕ ਨੂੰ ਵੱਡਾ ਕਰ ਦਿਓਗੇ? ਕੋਈ ਹੋਰ ਉਹਨਾਂ ਵਾਸਤੇ ਕੋਈ? ਇਨਸ਼ਾਅੱਲਾ ਤਾਲਾ ਕਿਉਂ ਨਹੀਂ, ਇਹਦੇ ਬਾਰੇ ਮੇਰੇ ਅੱਗੇ ਵੀ ਮੈਂ ਇੱਕ ਦੋ ਬੰਦੇ ਨੂੰ ਇਹਦੇ ਮੁਤਲਕ ਕੀਤੀ ਗੱਲ ਕਿ ਇਨਸ਼ਾਅੱਲਾ ਤਾਲਾ ਲੇਡੀਜ਼ ਪਾਰਕ ਨੂੰ ਸਹੀ ਕੀਤਾ ਜਾਏਗਾ ਜੀ, ਜਾਂ ਇੱਕ ਇਹ ਵੀ ਰਹੇਗਾ ਜਾਂ ਫਿਰ ਇੱਕ ਹੋਰ ਲੇਡੀਜ਼ ਪਾਰਕ ਬਣਾ ਦਿਆਂਗੇ ਤਾਂ ਕਿ ਅੱਧੀ ਆਵਾਮ ਇੱਥੇ ਚਲੀ ਗਈ ਤੇ ਅੱਧੀ ਆਵਾਮ ਉੱਥੇ ਚਲੀ ਗਈ, ਲੇਕਿਨ ਸਿਰਫ ਲੇਡੀਜ਼ ਪਾਰਕ, ਬੰਦੇ ਨਹੀਂ ਜੀ। ਪਤਾ ਚੱਲੇ ਕਿ ਉੱਥੇ ਲੇਡੀਜ਼ ਪਾਰਕ ਬਣਿਆ ਤੇ ਅੰਦਰ ਸਾਰੇ ਜਹਾਜ਼ ਲੰਮੇ ਪਏ ਨੇ, ਉਹ ਵਾਲਾ ਭਾਈ ਕੰਮ ਨਹੀਂ ਕਰਨਾ ਹੈਗਾ। ਬਿਲਕੁਲ ਠੀਕ ਹੈ। ਤੇ ਜਿਹੜੀ ਤੁਹਾਡੀ ਟੀਮ ਹੋਵੇਗੀ ਥੱਲੇ ਦੀ, ਤੁਸੀਂ ਕਿਉਂਕਿ ਚੇਅਰਮੈਨ ਹੋਣਾ, ਕਾਉਂਸਲਰ ਹਜ਼ਰਾਤ ਸਾਰੇ, ਤੇ ਸਾਰਿਆਂ ਨੂੰ ਫਿਰ ਬਰਾਬਰ ਦਾ ਫੰਡ ਦਿਓ ਕਰੋਗੇ ਜਾਂ ਫੰਡ ਜ਼ਿਆਦਾ ਤੁਸੀਂ ਆਪ ਹੀ ਹੜਪ ਕਰੋਗੇ? ਨਹੀਂ, ਮੈਂ ਜਾ ਕੇ ਉਹਨਾਂ ਵੇਖ ਕਰਾਂਗਾ ਜਾ ਕੇ ਕਿ ਕਿਹੜੀ ਗਲੀ ਦੇ ਵਿੱਚ ਵਾਰਡ ਨੰਬਰ 2 ਦੇ ਵਿੱਚ ਕਿੰਨੇ ਗੱਠੇ ਟੁੱਟੇ ਨੇ, ਉਸ ਹਿਸਾਬ ਨਾਲ ਮੈਂ ਮਿਸਤਰੀ ਕੋਲੋਂ ਜਾ ਕੇ ਮੈਂ ਉਸ ਸਾਹਮਣੇ ਜਾ ਕੇ ਪੈਸੇ ਜਮ੍ਹਾਂ ਕਰਾਂਗਾ। ਯਾਨੀ ਕਿ ਠੇਕੇਦਾਰੀ ਵੀ ਨਾਲ ਤੁਸੀਂ ਆਪ ਹੀ ਕਰੋਗੇ? ਠੇਕੇਦਾਰੀ ਵੀ ਜ਼ਾਹਰੀ ਗੱਲ ਹੈ, ਅਗਰ ਕੋਈ ਦੋਵਾਂ ਨੇ ਜੇਬ 'ਚ ਪਾਣੇ ਨਾ ਤਾਂ ਭਾਈ ਫਿਰ ਠੇਕੇਦਾਰੀ ਆਪ ਕਰਨੀ ਪੈਣੀ ਹੈ ਇਸ ਗੱਲ ਨੂੰ। ਬਿਲਕੁਲ ਠੀਕ ਹੈ। ਯਾਨੀ ਅੱਛਾ, ਗਟਰ ਬਣਾ ਦਿਓਗੇ, ਇਹਦੇ ਨਾਲ ਹੋਰ ਵੀ ਕੋਈ ਇਹਦੋਂ ਵੱਡਾ ਵੀ ਕੋਈ ਮਨਸੂਬਾ ਹੈ ਆਪਣਾ?
ਗਟਰ ਬਣਾਵਾਂਗੇ ਔਰ ਕਿਤੇ ਕੋਈ ਸੜਕ ਮੁਰੰਮਤ ਹੋਣ ਵਾਲੀ ਹੋਈ ਤੇ ਮਹਿਕਮਾ ਹਾਈਵੇ ਨੂੰ ਕਹਿ ਕੇ ਕਹਾਂਗੇ ਭਾਈ ਧਿਆਨ ਕੇ ਸੜਕ ਵੀ ਆਪਣੀ ਤੁਸੀਂ ਬਣਾਓ ਕਰਾ ਤੇ ਦਿਓਗੇ, ਲੇਕਿਨ ਕੋਈ ਨਾ ਕੂੜਾ ਕਾੜਾ ਵੀ ਸਾਰਾ ਯਾਨੀ ਕਿ ਉਦੋਂ ਸਾਫ਼ ਰਿਹਾ ਕਰੇਗਾ ਸ਼ਹਿਰ ਇਨਸ਼ਾਅੱਲਾ ਤਾਂ ਕਿਉਂ ਨਹੀਂ ਲਾਜ਼ਮੀ ਬਿਲਕੁਲ ਠੀਕ ਹੈ। ਤੇ ਹੋਰ ਕੋਈ ਪੌਦੇ ਪੂਦੇ ਵੀ ਲਾਓਗੇ ਨਵੇਂ ਸ਼ਹਿਰ 'ਚ? ਪੌਦੇ ਤਾਂ ਇਨਸ਼ਾਅੱਲਾ ਸਭ ਤੋਂ ਪਹਿਲਾਂ ਲਾਵਾਂਗੇ ਕਿ ਗ੍ਰੀਨ ਬਿਲੀਅਨ ਟਰੀ ਮਨਸੂਬਾ ਇਮਰਾਨ ਖਾਨ ਨੇ ਸ਼ੁਰੂ ਕੀਤਾ, ਇਨਸ਼ਾਅੱਲਾ ਮੈਂ ਇਸ ਤੋਂ ਵੱਡਾ ਮਨਸੂਬਾ ਤਿਆਰ ਕਰਾਂਗਾ। ਇਮਰਾਨ ਖਾਨ ਤੋਂ ਵੱਡਾ ਮਨਸੂਬਾ ਤੁਸੀਂ ਲੈ ਕੇ ਆਓਗੇ। ਹਾਂਜੀ ਇਨਸ਼ਾਅੱਲਾ। ਕਿੰਨੇ ਦਰਖਤ, ਕਿੰਨੇ ਅਰਬ ਦਰਖਤ ਲਾਓਗੇ ਸ਼ਰਕਪੁਰ ਦੇ ਇਲਾਕੇ 'ਚ? ਮੈਂ ਤਕਰੀਬਨ ਜ਼ਿਆਦਾ ਨਹੀਂ ਤੇ ਤਕਰੀਬਨ ਹਰ 3 ਫੁੱਟ ਦੇ ਉੱਤੇ ਇੱਕ ਦਰਖਤ ਲਾਵਾਂਗੇ ਯਾਨੀ ਕਿ ਸਾਈਡਾਂ ਤੇ। ਬਿਲਕੁਲ ਠੀਕ ਹੈ। ਅੱਗੋਂ ਤੁਸੀਂ ਲਾ ਲਓ ਹਿਸਾਬ ਕੇ ਇਹਦੇ ਮੁਤਲਕ ਯਾਨੀ ਕਿ ਕਿੰਨੇ ਕੁ ਕਿੰਨੇ ਦਰਖਤ ਹੋ ਜਾਣਗੇ? ਹਾਂਜੀ। ਬਿਲਕੁਲ ਠੀਕ ਤੇ ਹੈ। ਦਰਖਤ ਉਹ ਲਾਵਾਂਗਾ, ਦਰਖਤ ਮੈਂ ਉਹ ਲਾਵਾਂਗਾ ਜਿਹਦੇ ਕੋਈ ਸਾਨੂੰ ਕੋਈ ਮੁਫਾਦ ਹੋਵੇ। ਅੱਜ ਪੈਦਲ ਸਪੂਦੇ ਨਹੀਂ ਲਾਵਾਂਗਾ, ਪਤਾ ਚੱਲੇ ਸਾਡੀ ਸਾਰੇ ਤਰਲੋਂ ਪਾਣੀ ਸ਼ਾਨੀ ਚੂਸ ਕੇ ਤੇ ਉਹ ਸਿੱਧੇ ਤੇ ਦਰਖਤ ਜਿਹੜੇ ਖਰੀਦਦਾਰੀ ਕਰਨੀ ਉਹਦੇ 'ਚ ਵੀ ਕੋਈ ਆਪਣਾ ਹਿੱਸਾ ਹੁਸਾ ਰੱਖੋਗੇ, ਕੋਈ ਹੱਥ ਮਾਰੋਗੇ? ਕੋਈ ਨਹੀਂ, ਨਹੀਂ ਇਨਸ਼ਾਅੱਲਾ ਦਾ ਕੋਈ ਨਹੀਂ। ਉਹਦੇ 'ਚ ਕੋਈ ਨਹੀਂ ਮਾਰਨਾ ਹੈ। ਅੱਛਾ, ਇਹ ਅੱਡੇ ਦੇ ਵਾਸ਼ਰੂਮ ਬੜੀ ਦੇਰ ਤੋਂ ਬੰਦ ਪਏ ਨੇ, ਅਗਰ ਤੁਹਾਨੂੰ ਅਖਤਿਆਰ ਮਿਲਦਾ ਹੈ ਤੇ ਇਹ ਓਪਨ ਕਰ ਦਿਓਗੇ? ਉੱਥੇ ਵਾਮ ਬੜੀ ਖੱਜਲ ਖੁਆਰ ਹੁੰਦੀ ਰਹਿੰਦੀ। ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨਾ ਚਾਹੁੰਦਾ ਮੈਂ ਕਿ ਉੱਥੇ ਵਾਸ਼ਰੂਮ ਠੀਕ ਹੈ ਬਣੇ ਨੇ, ਲੇਕਿਨ ਜਿਹੜਾ ਸਭ ਤੋਂ ਪਹਿਲਾਂ ਉੱਥੇ ਖਵਾਤੀਨ ਦਾ ਖਾਨਾ ਹੈ ਤੇ ਮਰਦਾਂ ਦਾ ਖਾਨਾ ਹੈ ਨਾ, ਸਭ ਤੋਂ ਪਹਿਲਾਂ ਮੈਂ ਉਹ ਜਾ ਕੇ ਸਿੱਧਾ ਕਰਾਵਾਂਗਾ। ਮਰਦਾਂ ਦੀਆਂ ਤੇ ਬੀਬੀਆਂ ਬੈਠੀਆਂ ਹੁੰਦੀਆਂ ਨੇ, ਬੀਬੀਆਂ ਦੀਆਂ ਤੇ ਮਰਦ ਭਾਈ ਬੈਠੇ ਹੁੰਦੇ ਨੇ। ਦੀਵਾਰ ਕਰਾ ਦਿਓਗੇ ਵਿੱਚ? ਮੈਂ ਲਾਜ਼ਮੀ ਕੋਈ ਨਾ ਕੋਈ ਵਿੱਚ ਮੈਂ ਪਾਰਟੀਸ਼ਨ ਕਰਾਵਾਂਗਾ ਤੇ ਜਿਹੜੇ ਨਾਲ ਵਾਸ਼ਰੂਮ ਨੇ ਮੈਂ 3 ਨਹੀਂ ਬਣਾਵਾਂਗਾ, ਮੈਂ 4 5 6 ਹੋਰ ਨਾਲ ਤੁਸੀਂ ਮੈਂ ਕਰਾਂਗਾ ਤਾਂ ਕਿ ਇੱਕ ਟਾਈਮ ਦੇ ਵਿੱਚ ਕੋਈ ਯਾਨੀ ਕਿ ਬਾਸਾਨੀ ਬੰਦੇ ਆਪਣੀ ਹਾਜ਼ਰ ਤੱਕ ਪੂਰੀ ਕਰ ਸਕਣ। ਬਿਲਕੁਲ ਠੀਕ ਹੈ। ਤੇ ਇਹ THQ ਹਸਪੀਟਲ ਹੈ ਜਿਹੜਾ, ਇੱਥੇ ਆਪਣਾ ਪਰਚੀ ਦਾ ਸਿਸਟਮ ਹੈ, 10 ਰੁਪਏ ਵੀ ਲੈ ਲੈਂਦੇ ਨੇ, 20 ਵੀ ਲੈ ਲੈਂਦੇ ਨੇ, 30 ਵੀ ਲੈ ਲੈਂਦੇ ਨੇ। ਤੇ ਇਹ ਕੋਈ ਠੇਕੇਦਾਰੀ ਨਿਜ਼ਾਮ ਇਹ ਵੀ ਦੁਰਸਤ ਕਰੋਗੇ ਜਾਂ ਇਹ ਮਤਲਬ ਕਿ ਇਹਨੂੰ ਆਪਣੇ ਹੱਥ 'ਚ ਲੈ ਲਓਗੇ ਜਾਂ ਅਗਾਂਹ ਠੇਕਾ ਦਿਓਗੇ? ਦੇਖੋ ਜੀ ਭਾਈ ਨਾ ਇਹ ਤਾਂ ਗੱਲ ਹੈਗੀ ਹੈ ਕਿ ਹਸਪੀਟਲ ਜਿਹੜਾ ਬੰਦਾ ਵੀ ਜਾਂਦਾ ਹੈ ਸਿਰਫ ਮਜਬੂਰੀ ਨੂੰ ਜਾਂਦਾ ਹੈ, ਹਸਪੀਟਲ ਕਿਸੇ ਦੁਸ਼ਮਣ ਵੈਰੀ ਨੂੰ ਵੀ ਜਾਂਦੇ ਦਿਲ ਨਹੀਂ ਕਰਦਾ ਹੈ। ਜੀ ਜੀ, ਠੀਕ ਹੋ ਗਿਆ ਨਾ। ਉਹ ਵਿਚਾਰਾ ਪਹਿਲਾਂ ਗਰੀਬ ਘਰੋਂ ਪਤਾ ਨਹੀਂ ਕਿਵੇਂ ਵਿੱਚ ਜੇਬ 'ਚ 100 ਹੈ 200 ਹੈ, ਅੱਗੋਂ ਉਹ ਜਾ ਕੇ ਪੈ ਜਾਂਦੇ ਨੇ ਕਿ ਸਾਨੂੰ ਪੈਸੇ ਦੇ ਦਿਓ, ਅੰਦਰ ਭਾਵੇਂ ਰੁਪਈਆ ਦਿਓ ਜਾਂ ਨਾ ਦਿਓ। ਮੈਂ ਸਭ ਤੋਂ ਪਹਿਲਾਂ ਜਾ ਕੇ ਮੈਂ ਪਰਚੀ ਵਾਲਾ ਸਿਸਟਮ ਮੈਂ ਲਾਜ਼ਮੀ ਜਾ ਕੇ ਖਤਮ ਜਾ ਕਰਾਵਾਂਗਾ। ਅੱਛਾ, ਇਹ ਜਿਹੜਾ ਆਪਣਾ ਸ਼ਹਿਰ ਜਿਹੜੇ ਫਿਰ ਦੁਕਾਨ ਕੂ ਹੋਣੇ ਕਰ ਰਹੇ ਨੇ ਤੇ ਫਿਰ ਤੁਹਾਡੇ ਸਾਈਨ ਵੀ ਹੋਣੇ ਕਰ ਰਹੇ ਨੇ, ਜ਼ਾਹਰੀ ਗੱਲ ਤੇ ਹੈ। ਉਹਦੇ 'ਚ ਵੀ ਆਪਣਾ ਖਰਚਾ ਰੱਖੋਗੇ ਕਿ ਜਾਂ ਉਹ ਫ੍ਰੀ 'ਚ ਹੀ ਕਰੋਗੇ? ਨਹੀਂ, ਉਹ ਮੈਂ ਉਸ ਸੂਰਤ 'ਚ ਨਿਕਾਹ ਕਰਾਂਗਾ ਕਿ ਅਗਰ ਮੇਰਾ ਆਪਣਾ ਨਿਕਾਹ ਹੋਇਆ ਹੈਗਾ ਤੇ ਅਗਰ ਮੇਰਾ ਆਪਣਾ ਨਿਕਾਹ ਹੀ ਨਹੀਂ ਹੈਗਾ ਤੇ ਮੈਂ ਫਿਰ ਉੱਥੇ ਮੈਂ ਜਾ ਕੇ ਕੀ ਕਰਾਂਗਾ। ਯਾਨੀ ਕਿ ਕੋਈ ਮਤਲਬ ਸਿਲਸਿਲਾ ਘਰ ਆਉਂਦਾ ਤੇ ਪਹਿਲੇ ਤੁਸੀਂ ਕੁਛ ਆਪਣਾ ਜਿਹੜਾ ਉਹ ਜਿੰਨੇ ਕੋ ਰਜਿਸਟਰਡ ਹੋਵੇਗਾ ਨਿਕਾਹ ਵਾਲਾ ਉਹਨੂੰ ਆਖੋਗੇ ਵੀ ਪਹਿਲਾਂ ਮੇਰਾ ਕਿਤੇ ਬਿਆਨ ਕਰਾ। ਹਾਂਜੀ ਸਭ ਤੋਂ ਪਹਿਲਾਂ ਮੈਂ ਸਾਰੇ ਨਿਕਾਹ ਫਿਲਹਾਲ ਪੈਂਡਿੰਗ ਕਰਾਂਗਾ, ਠੀਕ ਹੈ, ਕਿਉਂਕਿ ਨਿਕਾਹ ਤਾਂ ਹੁੰਦਾ ਹੈ ਜਿਹੜੀ ਜ਼ੁਬਾਨ ਨਾਲ ਹੋ ਜਾਣਾ ਹੁੰਦਾ ਹੈ, ਇਹ ਤਾਂ ਖਾਲੀ ਕਾਨੂੰਨੀ ਕਾਰਵਾਈ ਹੈ। ਤੇ ਜਦੋਂ ਮੈਂ ਆਪਣੀ ਸ਼ਾਦੀ ਕਰਾਵਾਂਗਾ ਉਸ ਤੋਂ ਬਾਅਦ ਮੈਂ ਸਾਰਿਆਂ ਤੇ ਘੁੱਗੀ ਮਾਰਾਂਗਾ ਜਾ ਕੇ। ਤੇ ਉਹ ਤੁਹਾਡੇ ਖਾਬਾਂ ਦੀ ਪਰੀ ਜਿਹੜਾ ਉਹ ਕਿਵੇਂ ਦੀ ਆਈਡੀਅਲ ਤੁਸੀਂ ਕਿਵੇਂ ਦੀ ਮਤਲਬ ਚਾਹ ਰਹੇ ਹੋ ਵੀ ਤੁਹਾਡੀ ਉਹ ਜਿਹੜੀ ਜਨਰਲ ਕੌਂਸਲਰ ਦੀ ਬੀਵੀ ਹੋਵੇ, ਚੇਅਰਮੈਨ ਦੀ ਬੀਵੀ ਹੋਵੇ, MNA MP ਨੂੰ ਆਉਣ ਵਾਲੇ ਵਕਤ ਤੁਸੀਂ ਬਣਨਾ ਹੈ, ਉਹ ਬੀਵੀ ਕਿਵੇਂ ਦੀ ਹੋਵੇ? ਖੂਬਸੂਰਤ ਤੇ ਨੇਕ ਸੀਰਤ ਬਸ ਤੋਲ। ਵਾਹ ਵਾਹ, ਕੀ ਕਹਿਣੇ ਜੀ। ਭਾਜੀ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਤੁਹਾਡੇ ਤੇ, ਤੁਸੀਂ ਆਏ ਔਰ ਆਪਣਾ ਕੀਮਤੀ ਟਾਈਮ ਦਿੱਤਾ ਔਰ ਇਲਾਕੇ ਤੱਕ ਜਿਹੜਾ ਸਾਡੇ ਪਲੇਟਫਾਰਮ ਤੋਂ ਆਪਣਾ ਪੈਗਾਮ ਪਹੁੰਚਾਇਆ, ਔਰ ਅਸੀਂ ਉਮੀਦ ਰੱਖਦੇ ਹਾਂ ਕਿ ਇਸੇ ਤਰੀਕੇ ਨਾਲ ਤੁਸੀਂ ਆਉਂਦੇ ਰਹੋਗੇ ਔਰ ਇਲਾਕੇ ਭਰ ਨੂੰ ਆਪਣਾ ਅੱਛੇ ਖਿਆਲਾਤ ਤੋਂ ਆਗਾਹ ਕਰਦੇ ਰਹੋਗੇ ਔਰ ਆਪਣਾ ਮੈਸੇਜ ਆਵਾਮ ਤੱਕ ਪਹੁੰਚਾਉਂਦੇ ਰਹੋਗੇ।